मोहित ने घर आके अपने माता पिता दी ऐसी हालत देखी ਤਾਂ ਉਸਦੇ ਹੋਸ਼ ਉੱਡ ਗਏ। ਉਸਨੇ ਕਿੱਟੀ ਪਾਰਟੀ ਤੋਂ ਮੁੜੀ ਆਪਣੀ ਪਤਨੀ ਦੇ ਇੱਕ ਜ਼ੋਰਦਾਰ ਥੱਪੜ ਜੜ ਦਿੱਤਾ। ਤੇਰੀ ਹਿੰਮਤ ਕਿਵੇਂ ਹੋਈ ਮੇਰੇ ਪਾਪਾ ਮੰਮੀ ਦੇ ਨਾਲ ਇਹੋ ਜਿਹਾ ਕਰਨੇ ਦੀ? ਇਹ ਘਰ ਉਹਨਾਂ ਦੇ ਪੁੱਤ ਦਾ ਹੈ। ਤੂੰ ਇਸ ਨੂੰ ਕੋਈ ਦਹੇਜ ਵਿੱਚ ਨਹੀਂ ਲੈ ਕੇ ਆਈ ਹੈ। ਮੋਹਿਤ ਨੇ ਰੇਖਾ ਨੂੰ ਚੀਕਦੇ ਹੋਏ ਕਿਹਾ। ਮੈਨੂੰ ਲੱਗਾ ਸੀ ਕਿ ਕੁਝ ਦਿਨਾਂ ਵਿੱਚ ਤੂੰ ਮੇਰੇ ਪਾਪਾ ਮੰਮੀ ਨੂੰ ਆਪਣੇ ਮਾਤਾ ਪਿਤਾ ਦੀ ਤਰ੍ਹਾਂ ਪਿਆਰ ਸਨਮਾਨ ਦੇਂਗੀ, ਕਿਉਂਕਿ ਹਰ ਰਿਸ਼ਤੇ ਨੂੰ ਸਮਝਣੇ ਵਿੱਚ ਵਕਤ ਲੱਗਦਾ ਹੈ। ਪਰ ਤੂੰ ਤਾਂ ਮੇਰੇ ਬਾਅਦ ਮੇਰੇ ਮਾਂ-ਬਾਪ ਦੀ ਹਾਲਤ ਨੌਕਰਾਂ ਤੋਂ ਵੀ ਜ਼ਿਆਦਾ ਵੱਧ ਤੋਂ ਬੱਤਰ ਕਰ ਦਿੱਤੀ। ਉਹਨਾਂ ਤੋਂ ਤੂੰ ਇੱਕ ਦਾਣੇ ਦਾ ਹਿਸਾਬ ਮੰਗਿਆ, ਉਹਨਾਂ ਦੀ ਬੇਇੱਜ਼ਤੀ ਕੀਤੀ। ਉਹ ਆਪਣੇ ਪੁੱਤ ਦੀ ਕਮਾਈ ਖਾਂਦੇ ਹਨ, ਤੇਰੇ ਬਾਪ ਦੀ ਨਹੀਂ। ਸਮਝੀ ਤੂੰ? ਆਪਣਾ ਸਮਾਨ ਬੰਨੋ ਅਤੇ ਜਲਦੀ ਬਣੋ ਇੱਥੇ ਤੋਂ, ਮੋਹਿਤ ਨੇ ਗੁੱਸੇ ਵਿੱਚ ਕਿਹਾ। ਮੋਹਿਤ ਆਪਣੇ ਮਾਤਾ ਪਿਤਾ ਤੋਂ ਹੱਥ ਜੋੜ ਕੇ ਮਾਫ਼ੀ ਮੰਗਣ ਲੱਗਾ ਅਤੇ ਉਹ ਦਿਨ ਯਾਦ ਕਰਨ ਲੱਗਾ ਜਦ ਉਹ ਆਪਣੇ ਮਾਤਾ ਪਿਤਾ ਨੂੰ ਆਪਣੇ ਨਾਲ ਸ਼ਹਿਰ ਲੈ ਕੇ ਆਇਆ ਸੀ। ਇੱਕ ਦਿਨ ਮਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ। ਉਸਦੀ ਮਾਂ ਨੂੰ ਹਾਰਟ ਅਟੈਕ ਆਇਆ ਸੀ ਤਾਂ ਵਰਮਾ ਜੀ ਨੇ ਪੜੋਸੀ ਦੀ ਮਦਦ ਨਾਲ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਡਾਕਟਰ ਨੇ ਉਹਨਾਂ ਦੇ ਇਲਾਜ ਦੇ ਲਈ ਇੱਕ ਮੋਟੀ ਰਕਮ ਮੰਗੀ ਸੀ, ਪਰ ਵਰਮਾ ਜੀ ਦੇ ਕੋਲ ਇੰਨੇ ਪੈਸੇ ਨਹੀਂ ਸੀ ਕਿ ਉਹ ਸਾਰੇ ਪੈਸੇ ਜਮ੍ਹਾਂ ਕਰਾ ਕੇ ਇਲਾਜ ਕਰਾ ਪਾਉਂਦੇ। ਉਹਨਾਂ ਨੇ ਆਪਣੇ ਪੁੱਤ ਮੋਹਿਤ ਨੂੰ ਫੋਨ ਕੀਤਾ। ਹੈਲੋ ਪੁੱਤ ਮੋਹਿਤ, ਮੈਂ ਪਾਪਾ ਬੋਲ ਰਿਹਾ ਹਾਂ। ਤੇਰੀ ਮਾਂ ਨੂੰ ਹਾਰਟ ਅਟੈਕ ਆਇਆ ਹੈ। ਇਹ ਸੁਣ ਮੋਹਿਤ ਸੁੰਨ ਰਹਿ ਗਿਆ ਅਤੇ ਭਾਵੁਕ ਹੋ ਕੇ ਬੋਲਿਆ, ਕਿਵੇਂ ਕਦ ਆਇਆ ਪਾਪਾ, ਅਤੇ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ? ਪੁੱਤ ਅੱਜ ਸਵੇਰੇ ਹੀ ਆਇਆ ਹੈ, ਤੂੰ ਕੁਝ ਪੈਸੇ ਭੇਜ ਦੇ ਬਸ। ਡਾਕਟਰ ਨੇ ਪੂਰੇ 1 ਲੱਖ ਰੁਪਏ ਮੰਗੇ ਹਨ। ਮੋਹਿਤ ਨਮ ਅੱਖਾਂ ਨਾਲ ਬੋਲਿਆ, ਪਾਪਾ ਤੁਸੀਂ ਕੈਸੀ ਗੱਲਾਂ ਕਰ ਰਹੇ ਹੋ? ਤੁਸੀਂ ਉੱਥੇ ਐਸੀ ਹਾਲਤ ਵਿੱਚ ਇਕੱਲੇ ਹੋ ਅਤੇ ਮੈਂ ਇੱਥੇ। ਨਹੀਂ ਪਾਪਾ, ਤੁਸੀਂ ਡਾਕਟਰ ਨੂੰ ਕਹੋ ਕਿ ਉਹ ਇਲਾਜ ਸ਼ੁਰੂ ਕਰੇ। ਮੈਂ ਹੁਣੇ ਪਹੁੰਚ ਰਿਹਾ ਹਾਂ ਅਤੇ ਤੁਸੀਂ ਚਿੰਤਾ ਨਾ ਕਰੋ, ਮਾਂ ਬਿਲਕੁਲ ਠੀਕ ਹੋ ਜਾਵੇਗੀ। ਮੋਹਿਤ ਹੜਬੜਾ ਕੇ ਘਰ ਆਇਆ। ਆਪਣੀ ਪਤਨੀ ਨੂੰ ਬੋਲਿਆ, ਸਾਨੂੰ ਹੁਣੇ ਮਾਂ ਪਾਪਾ ਦੇ ਘਰ ਜਾਣਾ ਹੈ, ਮਾਂ ਨੂੰ ਹਾਰਟ ਅਟੈਕ ਆਇਆ ਹੈ। ਓਹੋ ਮੋਹਿਤ, ਤੁਸੀਂ ਮੇਰਾ ਸਾਰਾ ਮੂਡ ਖਰਾਬ ਕਰ ਦਿੱਤਾ। ਤੁਹਾਨੂੰ ਪਤਾ ਹੈ ਨਾ, ਅੱਜ ਮੇਰੀ ਸਹੇਲੀ ਦੀ ਸ਼ਾਦੀ ਦੀ ਸਾਲਗਿਰਾ ਹੈ। ਸਾਨੂੰ ਉੱਥੇ ਜਾਣਾ ਹੈ। 5 ਸਟਾਰ ਵਿੱਚ ਪਾਰਟੀ ਰੱਖੀ ਹੈ। ਤੁਸੀਂ ਕਿਤੇ ਨਹੀਂ ਜਾਓਗੇ, ਤੁਸੀਂ ਮੇਰੇ ਨਾਲ ਚੱਲੋਗੇ। ਅਤੇ ਮੋਹਿਤ ਤੁਸੀਂ ਆਪਣੀ ਮਾਂ ਦੀ ਚਿੰਤਾ ਕਿਉਂ ਕਰ ਰਹੇ ਹੋ? ਬੁਢਾਪੇ ਵਿੱਚ ਇਹੋ ਜਿਹੀ ਬਿਮਾਰੀਆਂ ਲੱਗੀ ਰਹਿੰਦੀ ਹਨ। ਰੇਖਾ ਮੋਹਿਤ ਦੇ ਹੱਥ ਵਿੱਚ ਹੱਥ ਪਾਉਂਦੇ ਹੋਏ ਬੋਲੀ। ਮੋਹਿਤ ਨੇ ਆਪਣਾ ਹੱਥ ਝਟਕਦੇ ਹੋਏ ਕਿਹਾ, ਤੇਰਾ ਦਿਮਾਗ ਖਰਾਬ ਹੋ ਗਿਆ ਹੈ ਕਿਆ? ਮੇਰੀ ਮਾਂ ਹਸਪਤਾਲ ਵਿੱਚ ਭਰਤੀ ਹੈ ਅਤੇ ਤੈਨੂੰ ਪਾਰਟੀ ਦੀ ਲੱਗ ਰਹੀ ਹੈ। ਤੈਨੂੰ ਨਹੀਂ ਜਾਣਾ ਤਾਂ ਨਾ ਜਾ, ਪਰ ਮੈਂ ਆਪਣੇ ਪਾਪਾ ਨੂੰ ਇਸ ਹਾਲਤ ਵਿੱਚ ਇਕੱਲੇ ਨਹੀਂ ਛੱਡ ਸਕਦਾ। ਸਮਝੀ ਤੂੰ? ਮੋਹਿਤ ਨੇ ਤੁਰੰਤ ਫਲਾਈਟ ਫੜੀ ਅਤੇ ਸਿੱਧੇ ਹਸਪਤਾਲ ਪਹੁੰਚਿਆ। ਆਪਣੇ ਪਾਪਾ ਨੂੰ ਦੂਰ ਤੋਂ ਦੇਖ ਕੇ ਦੌੜ ਕੇ ਉਸਨੇ ਉਹਨਾਂ ਨੂੰ ਗਲੇ ਲਗਾ ਲਿਆ। ਵਰਮਾ ਜੀ ਪੁੱਤ ਦੇ ਗਲੇ ਲੱਗ ਕੇ ਰੋਂਦੇ ਹੋਏ ਬੋਲੇ, ਪੁੱਤ ਦੇਖ ਤਾਂ ਤੇਰੀ ਮਾਂ ਦੀ ਕਿਆ ਹਾਲਤ ਹੋ ਗਈ। ਪਾਪਾ ਮੈਂ ਆ ਗਿਆ ਹਾਂ ਨਾ, ਹੁਣ ਸਭ ਠੀਕ ਹੋ ਜਾਵੇਗਾ। ਅਤੇ ਮੋਹਿਤ ਨੇ ਆਪਣੇ ਪਿਤਾ ਦੇ ਹੰਝੂ ਪੂੰਝੇ ਅਤੇ ਉਹਨਾਂ ਨੂੰ ਇੱਕ ਕੁਰਸੀ ਪਰ ਬਿਠਾ ਦਿੱਤਾ। ਮੋਹਿਤ ਆਪਣੇ ਪਾਪਾ ਦੇ ਹੱਥ ਨੂੰ ਫੜ ਕੇ ਬੋਲਿਆ, ਪਾਪਾ ਤੁਸੀਂ ਇੱਥੇ ਬੈਠੋ ਬਸ ਅਤੇ ਭਗਵਾਨ ਨੂੰ ਪ੍ਰਾਰਥਨਾ ਕਰੋ, ਮੈਂ ਹੁਣੇ ਆਉਂਦਾ ਹਾਂ। ਮੋਹਿਤ ਜਾ ਕੇ ਸਭ ਤੋਂ ਬੜੇ ਡਾਕਟਰ ਨਾਲ ਮਿਲਿਆ। ਡਾਕਟਰ ਸਾਹਿਬ ਚਾਹੇ ਜਿੰਨਾ ਪੈਸਾ ਲੱਗ ਜਾਵੇ, ਪਰ ਮੇਰੀ ਮਾਂ ਨੂੰ ਕੁਝ ਨਹੀਂ ਹੋਣਾ ਚਾਹੀਦਾ। ਡਾਕਟਰ ਨੇ ਮੋਹਿਤ ਨੂੰ ਦਿਲਾਸਾ ਦਿੱਤਾ। ਮੋਹਿਤ ਜੀ ਤੁਸੀਂ ਚਿੰਤਾ ਨਾ ਕਰੋ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੀ ਮਾਤਾ ਜੀ ਨੂੰ ਬਚਾਉਣੇ ਦੀ। ਅਤੇ ਡਾਕਟਰ ਵਿਮਲਾ ਜੀ ਦਾ ਇਲਾਜ ਕਰਨੇ ਵਿੱਚ ਜੁਟ ਗਏ। ਕੁਝ ਹੀ ਦਿਨਾਂ ਵਿੱਚ ਵਿਮਲਾ ਜੀ ਪੂਰੀ ਤਰ੍ਹਾਂ ਠੀਕ ਹੋ ਗਈ। ਮੋਹਿਤ ਆਪਣੀ ਮਾਂ ਨੂੰ ਹਸਪਤਾਲ ਤੋਂ ਪਾਪਾ ਦੇ ਘਰ ਲੈ ਕੇ ਆਇਆ ਅਤੇ ਕੁਝ ਦਿਨ ਮੋਹਿਤ ਨੇ ਉੱਥੇ ਹੀ ਰਹਿ ਕੇ ਉਹਨਾਂ ਦੀ ਸੇਵਾ ਕੀਤੀ। ਪਰ ਕੰਮ ਦੀ ਵਜ੍ਹਾ ਨਾਲ ਉਸ ਕੋਲ ਫੋਨ ਪਰ ਫੋਨ ਆ ਰਹੇ ਸੀ ਤਾਂ
ਵਰਮਾ ਜੀ ਨੇ ਆਪਣੇ ਪੁੱਤ ਨੂੰ ਕਿਹਾ, ਪੁੱਤ ਹੁਣ ਤੇਰੀ ਮਾਂ ਬਿਲਕੁਲ ਠੀਕ ਹੈ। ਹਾਂ, ਉਸਦੇ ਜੋੜਾਂ ਦਾ ਦਰਦ ਤਾਂ ਹਮੇਸ਼ਾ ਦਾ ਹੈ। ਕਿਆ ਕਰੀਏ, ਹੁਣ ਬੁਢਾਪਾ ਹੈ, ਉਸਦਾ ਕੁਝ ਨਹੀਂ ਕਰ ਸਕਦੇ। ਤੂੰ ਹੁਣ ਆਪਣੇ ਕੰਮ ਪਰ ਮੁੜ ਜਾ। ਮੋਹਿਤ ਨੇ ਜਦ ਤਾਂ ਹਾਂ ਵਿੱਚ ਸਿਰ ਹਿਲਾ ਦਿੱਤਾ। ਅਗਲੇ ਦਿਨ ਮੋਹਿਤ ਦੇ ਹੱਥ ਵਿੱਚ 2 ਬੈਗ ਦੇਖ ਕੇ ਉਸਦੇ ਮੰਮੀ ਪਾਪਾ ਚੌਂਕ ਗਏ। ਅਰੇ ਪੁੱਤ, ਇਸ ਵਿੱਚ ਕਿਆ ਹੈ? ਕੋਈ ਸਾਗ ਸਬਜ਼ੀ ਲੈ ਕੇ ਜਾ ਰਹੇ ਹੋ ਕਿਆ? ਨਹੀਂ ਪਾਪਾ, ਇਹ ਸਭ ਬੈਗ ਵਿੱਚ ਤੁਹਾਡਾ ਸਮਾਨ ਹੈ। ਤੁਸੀਂ ਦੋਵੇਂ ਮੇਰੇ ਨਾਲ ਚੱਲ ਰਹੇ ਹੋ ਸ਼ਹਿਰ। ਨਹੀਂ ਪੁੱਤ, ਅਸੀਂ ਇੱਥੇ ਹੀ ਸਹੀ ਹਾਂ। ਬਸ ਤੂੰ ਸਾਡੇ ਨਾਲ ਮਿਲਦੇ ਰਹਿਣਾ, ਸਾਡੇ ਲਈ ਉਹੀ ਬਹੁਤ ਹੈ। ਤੂੰ ਤਾਂ ਜਾਣਦਾ ਹੈ ਪੁੱਤ ਕਿ ਨੂੰਹ ਸਾਨੂੰ ਕੁਝ ਜ਼ਿਆਦਾ ਪਸੰਦ ਨਹੀਂ ਕਰਦੀ। ਵਰਮਾ ਜੀ ਕਹਿੰਦੇ ਕਹਿੰਦੇ ਭਾਵੁਕ ਹੋ ਗਏ। ਪਾਪਾ, ਤੁਸੀਂ ਉਸਦੀ ਚਿੰਤਾ ਨਾ ਕਰੋ, ਮੈਂ ਸਭ ਸੰਭਾਲ ਲਵਾਂਗਾ। ਪਰ ਤੁਸੀਂ ਦੋਨਾਂ ਨੂੰ ਮੈਂ ਹੁਣ ਇਕੱਲੇ ਨਹੀਂ ਛੱਡ ਸਕਦਾ। ਪੁੱਤ ਦੀ ਇੰਨੀ ਜਿੱਦ ਕਰਨੇ ਪਰ ਵਿਮਲਾ ਜੀ ਅਤੇ ਵਰਮਾ ਜੀ ਦੋਵੇਂ ਪੁੱਤ ਦੇ ਨਾਲ ਸ਼ਹਿਰ ਆ ਗਏ। ਆਪਣੇ ਸੱਸ ਸਹੁਰੇ ਨੂੰ ਆਪਣੇ ਘਰ ਦੇਖ ਰੇਖਾ ਦਾ ਗੁੱਸਾ 7ਵੇਂ ਆਸਮਾਨ ਪਰ ਚੜ੍ਹ ਗਿਆ। ਵਿਮਲਾ ਜੀ ਦੇ ਕਦਮ ਆਪਣੇ ਪੁੱਤ ਦੇ ਘਰ ਵਿੱਚ ਪੈ ਹੀ ਨਹੀਂ ਰਹੇ ਸੀ ਤਾਂ ਮੋਹਿਤ ਮੁਸਕਰਾਉਂਦਾ ਹੋਇਆ ਬੋਲਿਆ, ਮੰਮੀ ਪਾਪਾ, ਇਹ ਤੁਹਾਡਾ ਹੀ ਘਰ ਹੈ। ਬੇਝਿਜਕ ਅਤੇ ਪੂਰੇ ਅਧਿਕਾਰ ਦੇ ਨਾਲ ਆਓ। ਅਤੇ ਮੋਹਿਤ ਨੇ ਆਪਣੇ ਮੰਮੀ ਪਾਪਾ ਦਾ ਹੱਥ ਫੜਿਆ ਅਤੇ ਉਹਨਾਂ ਨੂੰ ਉਹਨਾਂ ਦੇ ਕਮਰੇ ਵਿੱਚ ਲੈ ਗਿਆ। ਉਸ ਕਮਰੇ ਨੂੰ ਦੇਖ ਕੇ ਵਿਮਲਾ ਜੀ ਅਤੇ ਵਰਮਾ ਜੀ ਭਾਵੁਕ ਹੋ ਗਏ। ਪਾਪਾ, ਜਦ ਮੈਂ ਇਹ ਘਰ ਖਰੀਦਿਆ ਸੀ, ਜਦੀ ਤੁਹਾਡਾ ਕਮਰਾ ਬਿਲਕੁਲ ਤੁਸੀਂ ਦੋਨਾਂ ਦੇ ਹਿਸਾਬ ਨਾਲ ਸੈੱਟ ਕਰਵਾ ਲਿਆ ਸੀ। ਪੁੱਤ ਦਾ ਪਿਆਰ ਦੇਖ ਕੇ ਦੋਨਾਂ ਨੇ ਮੋਹਿਤ ਨੂੰ ਗਲੇ ਲਗਾ ਲਿਆ। ਪਾਪਾ, ਹੁਣ ਤੁਸੀਂ ਦੋਵੇਂ ਆਰਾਮ ਨਾਲ ਇੱਥੇ ਰਹੋ, ਮੈਂ ਤੁਹਾਡੇ ਚਾਹ ਨਾਸ਼ਤੇ ਦਾ ਇੰਤਜ਼ਾਮ ਕਰਵਾਉਂਦਾ ਹਾਂ। ਆਪਣੇ ਮੰਮੀ ਪਾਪਾ ਨੂੰ ਉਹਨਾਂ ਦੇ ਕਮਰੇ ਵਿੱਚ ਛੱਡ ਕੇ ਜਿਵੇਂ ਹੀ ਬਾਹਰ ਆਇਆ, ਰੇਖਾ ਮੋਹਿਤ ਦਾ ਹੱਥ ਫੜ ਕੇ ਖਿੱਚਦੇ ਹੋਏ ਆਪਣੇ ਕਮਰੇ ਵਿੱਚ ਲੈ ਗਈ। ਤੁਹਾਡਾ ਦਿਮਾਗ ਖਰਾਬ ਹੋ ਗਿਆ ਹੈ ਕਿਆ? ਕਿਸ ਨੇ ਕਿਹਾ ਸੀ ਤੁਹਾਨੂੰ ਇਹਨਾਂ ਗਵਾਰ ਬੁੱਢੇ ਬੁੱਢੀ ਨੂੰ ਇੱਥੇ ਲਿਆਉਣੇ ਦੇ ਲਈ? ਰੇਖਾ ਜ਼ੁਬਾਨ ਸੰਭਾਲ ਕੇ ਬੋਲ, ਉਹ ਮੇਰੇ ਪਾਪਾ ਮੰਮੀ ਹਨ ਅਤੇ ਤੈਨੂੰ ਉਹਨਾਂ ਦੀ ਚਿੰਤਾ ਕਰਨੇ ਦੀ ਕੋਈ ਜ਼ਰੂਰਤ ਨਹੀਂ ਹੈ। ਮੈਂ ਇਕੱਲਾ ਹੀ ਬਹੁਤ ਹਾਂ ਆਪਣੇ ਮਾਤਾ ਪਿਤਾ ਦੀ ਦੇਖਭਾਲ ਦੇ ਲਈ। ਪਰ ਇੱਕ ਗੱਲ ਦਾ ਧਿਆਨ ਰੱਖਣਾ, ਤੇਰੀ ਵਜ੍ਹਾ ਨਾਲ ਮੇਰੇ ਮੰਮੀ ਪਾਪਾ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਮੋਹਿਤ ਨੇ ਆਪਣੇ ਮੰਮੀ ਪਾਪਾ ਦੀ ਦੇਖਭਾਲ ਦੇ ਲਈ ਇੱਕ ਮੇਡ ਰੱਖ ਲਈ। ਮੋਹਿਤ ਦੇ ਮੰਮੀ ਪਾਪਾ ਮੋਹਿਤ ਦੇ ਨਾਲ ਬਹੁਤ ਖੁਸ਼ ਸੀ, ਪਰ ਨੂੰਹ ਹਮੇਸ਼ਾ ਬੁੜਬੁੜਾਉਂਦੀ ਰਹਿੰਦੀ। ਇੱਕ ਦਿਨ ਮੋਹਿਤ ਨੂੰ ਇੱਕ ਮੀਟਿੰਗ ਦੇ ਲਈ ਸ਼ਹਿਰ ਤੋਂ ਕੁਝ ਦਿਨਾਂ ਦੇ ਲਈ ਬਾਹਰ ਜਾਣਾ ਸੀ। ਮੋਹਿਤ ਨੇ ਮੇਡ ਨੂੰ ਸਭ ਕੁਝ ਸਮਝਾ ਦਿੱਤਾ ਸੀ ਕਿ ਮੇਰੇ ਬਾਅਦ ਮੰਮੀ ਪਾਪਾ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਮੋਹਿਤ ਪੁੱਤ, ਤੂੰ ਕਿਉਂ ਇੰਨੀ ਚਿੰਤਾ ਕਰਦਾ ਹੈ? ਤੂੰ ਬੇਫਿਕਰ ਹੋ ਕੇ ਆਪਣੇ ਕੰਮ ਦੇ ਲਈ ਜਾ। ਵਿਮਲਾ ਜੀ ਨੇ ਆਪਣੇ ਪੁੱਤ ਦੇ ਸਿਰ ਪਰ ਹੱਥ ਰੱਖਦੇ ਹੋਏ ਕਿਹਾ ਅਤੇ ਮੋਹਿਤ ਮੀਟਿੰਗ ਦੇ ਲਈ ਸ਼ਹਿਰ ਚਲਾ ਗਿਆ। ਪੁੱਤ ਦੇ ਜਾਂਦੇ ਹੀ ਰੇਖਾ ਹਮੇਸ਼ਾ ਸੱਸ ਸਹੁਰੇ ਨੂੰ ਤਾਨੇ ਦਿੰਦੀ ਰਹਿੰਦੀ, ਇੱਥੇ ਆ ਕੇ ਪੈ ਗਏ ਹੋ, ਇੰਨਾ ਵੀ ਨਹੀਂ ਜਾਣਦੇ ਸ਼ਹਿਰ ਵਿੱਚ ਕਿੰਨੀ ਮਹਿੰਗਾਈ ਹੈ। ਇਹਨਾਂ ਦੇ ਆਉਂਦੇ ਹੀ ਘਰ ਵਿੱਚ ਕਿੰਨੇ ਖਰਚੇ ਵੱਧ ਗਏ ਹਨ। ਪੂਰੇ ਘਰ ਨੂੰ ਦਵਾਈਖਾਨਾ ਬਣਾ ਕੇ ਰੱਖਿਆ ਹੈ। ਅਰੇ ਮੇਰੇ ਮਾਇਕੇ ਵਿੱਚ ਤਾਂ ਇਹਨਾਂ ਦੋਨਾਂ ਨੂੰ ਕੋਈ ਨੌਕਰ ਵੀ ਨਾ ਰੱਖੇ। ਗਵਾਰ ਕਿਤੇ ਦੇ, ਨਾ ਪਹਿਨਣੇ ਦੀ ਤਮੀਜ਼ ਹੈ ਨਾ ਖਾਣੇ ਦੀ। ਨੂੰਹ ਦੀ ਗੱਲਾਂ ਸੁਣ ਕੇ ਦੋਵੇਂ ਚੁੱਪਚਾਪ ਰਹਿ ਜਾਂਦੇ। ਨੂੰਹ ਨੇ ਘਰ ਦੇ ਨੌਕਰ ਨੂੰ ਉਹਨਾਂ ਦੇ ਪੁੱਤ ਦੇ ਜਾਂਦੇ ਹੀ ਨੌਕਰ ਦੀ ਛੁੱਟੀ ਕਰ ਦਿੱਤੀ ਅਤੇ ਉਸਦੀ ਜਗ੍ਹਾ ਵਰਮਾ ਜੀ ਨੂੰ ਕੰਮ ਪਰ ਲਗਾ ਦਿੱਤਾ। ਰੇਖਾ ਭੜਕਦੇ ਹੋਏ ਉਹਨਾਂ ਦੇ ਕਮਰੇ ਵਿੱਚ ਆਈ ਅਤੇ ਧਮਕ ਕੇ ਬੋਲੀ, ਬਹੁਤ ਹੋ ਗਈ ਮਹਿਮਾਨਬਾਜ਼ੀ, ਹੁਣ ਚਲੋ ਪਾਪਾ ਜੀ, ਥੋੜਾ ਹੱਥ ਪੈਰ ਵੀ ਚਲਾ ਲਵੋ, ਨਹੀਂ ਤਾਂ ਬੁਢਾਪੇ ਵਿੱਚ ਜਾਮ ਹੋ ਗਏ ਤਾਂ ਤੁਹਾਨੂੰ ਹੀ ਤਕਲੀਫ ਹੋਗੀ। ਰੇਖਾ ਧਮਕ ਕੇ ਬੋਲੀ, ਮੰਮੀ ਜੀ ਤੁਸੀਂ ਥੋੜਾ ਰਸੋਈ ਵਿੱਚ ਆ ਕੇ ਮੇਰਾ ਹੱਥ ਬਟਾਓ। ਬੇਟਾ, ਤੈਨੂੰ ਜਿੰਨਾ ਕੰਮ ਦੱਸਣਾ ਹੈ ਮੈਨੂੰ ਦੱਸ ਦੋ, ਪਰ ਵਿਮਲਾ ਤੋਂ ਇਹ ਸਭ ਨਹੀਂ ਹੋਵੇਗਾ। ਤੁਸੀਂ ਦੋਨੋਂ ਤਾਂ ਇੱਥੇ ਮੁਫਤ ਦੀ ਰੋਟੀਆਂ ਤੋੜਨੇ ਨੂੰ ਹੀ ਪਏ ਹੋ। ਬਸ ਕੰਮ ਨੂੰ ਕਹਿ ਦੋ ਤਾਂ ਬਹਾਨੇ ਬਣਾਉਣ ਲੱਗਦੇ ਹੋ।
ਰੇਖਾ ਮਨ ਹੀ ਮਨ ਕੁਝ ਬੁੜਬੜਾਉਂਦੇ ਹੋਏ ਬੋਲੀ, ਇਹ ਫੜੋ ਥੈਲਾ ਅਤੇ ਸਬਜ਼ੀ ਲੈ ਕੇ ਆਓ, ਅਤੇ ਹਾਂ, ਸਬਜ਼ੀ ਲਿਆ ਕੇ ਰਸੋਈ ਵਿੱਚ ਧੋ ਕੇ ਰੱਖ ਦੇਣਾ। ਵਰਮਾ ਜੀ ਨੇ ਥੈਲਾ ਫੜਿਆ ਅਤੇ ਸਬਜ਼ੀ ਲਿਆਉਣ ਚਲੇ ਗਏ ਅਤੇ ਲਿਆ ਕੇ ਉਹਨਾਂ ਨੇ ਰਸੋਈ ਵਿੱਚ ਰੱਖ ਦਿੱਤੀ। ਪੁੱਤ, ਮੈਂ ਸਬਜ਼ੀ ਰਸੋਈ ਵਿੱਚ ਧੋ ਕੇ ਰੱਖ ਦਿੱਤੀ ਹੈ। ਸਵੇਰੇ ਸਵੇਰੇ ਸਬਜ਼ੀ ਲਿਆਣੇ ਅਤੇ ਧੋਣੇ ਵਿੱਚ ਹੱਥ ਪੈਰ ਸੁੰਨ ਹੋ ਗਏ। 2 ਕੱਪ ਚਾਹ ਬਣਾ ਦੋ ਬੇਟਾ। ਮੈਂ ਤੁਹਾਡੀ ਨੌਕਰਾਨੀ ਨਹੀਂ ਹਾਂ ਜੋ ਤੁਸੀਂ ਮੈਨੂੰ ਆਰਡਰ ਦੇ ਰਹੇ ਹੋ। ਸਬਜ਼ੀ ਲਿਆ ਕੇ ਤੁਸੀਂ ਕੋਈ ਅਹਿਸਾਨ ਨਹੀਂ ਕੀਤਾ ਹੈ। ਇੱਥੇ ਰਹੋਗੇ ਤਾਂ ਕੰਮ ਵੀ ਕਰਨਾ ਪਵੇਗਾ। ਜਾਓ, ਖੁਦ ਬਣਾ ਲਓ। ਨੂੰਹ ਨੇ ਇੱਕਦਮ ਤੋਂ ਧਮਕ ਕੇ ਕਿਹਾ ਅਤੇ ਆਪਣੀ ਚਾਹ ਲੈ ਕੇ ਕਮਰੇ ਵਿੱਚ ਚਲੀ ਗਈ। ਵਰਮਾ ਜੀ ਨੇ 2 ਕੱਪ ਚਾਹ ਬਣਾਈ ਅਤੇ ਖੁਦ ਲੈ ਕੇ ਆਪਣੇ ਕਮਰੇ ਵਿੱਚ ਚਲੇ ਗਏ। ਇਹ ਦੇਖ ਕੇ ਵਿਮਲਾ ਜੀ ਦੀ ਅੱਖਾਂ ਵਿੱਚ ਹੰਝੂ ਆ ਗਏ, ਕਿਉਂਕਿ ਉਹਨਾਂ ਨੇ ਨੂੰਹ ਦੀ ਸਾਰੀ ਗੱਲਾਂ ਸੁਣ ਲਈ ਸੀ। ਅਰੇ ਵਿਮਲਾ, ਤੂੰ ਚਾਹ ਪੀ ਅਤੇ ਸਭ ਭੁੱਲ ਜਾ। ਸਾਡਾ ਪੁੱਤ ਸਾਡੇ ਨਾਲ ਹੈ ਤਾਂ ਸਾਨੂੰ ਚਿੰਤਾ ਕਰਨੇ ਦੀ ਕੋਈ ਜ਼ਰੂਰਤ ਨਹੀਂ ਹੈ। ਵਿਮਲਾ ਜੀ ਨੇ ਆਪਣੇ ਹੰਝੂ ਪੂੰਝੇ ਅਤੇ ਦੋਵੇਂ ਚਾਹ ਪੀਣ ਲੱਗੇ। ਦੁਪਹਿਰ ਨੂੰ ਰਸੋਈ ਵਿੱਚ ਜਾ ਕੇ ਦੇਖਿਆ ਤਾਂ ਨੂੰਹ ਨੇ ਖਾਣਾ ਵੀ ਨਹੀਂ ਬਣਾਇਆ, ਤਾਂ ਵਰਮਾ ਜੀ ਨੇ ਖੁਦ ਹੀ ਖਾਣਾ ਬਣਾਇਆ ਅਤੇ ਵਿਮਲਾ ਜੀ ਨੂੰ ਵੀ ਖਿਲਾਇਆ। ਵਿਮਲਾ ਜੀ ਤੋਂ ਹੁਣ ਕੰਮ ਨਹੀਂ ਹੁੰਦਾ ਸੀ, ਕਿਉਂਕਿ ਉਹਨਾਂ ਦੇ ਹੱਥ ਪੈਰ ਹੁਣ ਕੁਝ ਜ਼ਿਆਦਾ ਹੀ ਦਰਦ ਕਰਨ ਲੱਗੇ ਸੀ। ਨੂੰਹ ਕਮਰੇ ਵਿੱਚ ਤੋਂ ਬਾਹਰ ਆਈ ਤਾਂ ਅਕੜ ਕੇ ਬੋਲੀ, ਇਹ ਕਿਆ ਹੈ? ਤੁਸੀਂ ਲੋਕਾਂ ਨੂੰ ਜਰਾ ਵੀ ਤਮੀਜ਼ ਨਹੀਂ ਹੈ। ਪੂਰੀ ਰਸੋਈ ਫੈਲਾ ਰੱਖੀ ਹੈ। ਗਵਾਰ ਕਿਤੇ ਦੇ, ਮੈਨੂੰ ਪੂਰੀ ਰਸੋਈ ਸਾਫ਼ ਚਾਹੀਦੀ। ਜਦ ਤੋਂ ਆਏ ਹੋ ਇੱਕ ਵੀ ਕੰਮ ਨੂੰ ਹੱਥ ਨਹੀਂ ਲਗਾਇਆ। ਵਰਮਾ ਜੀ ਬੋਲੇ, ਬੇਟਾ ਤੁਸੀਂ ਚਿੰਤਾ ਨਾ ਕਰੋ, ਮੈਂ ਖੁਦ ਰਸੋਈ ਅਤੇ ਭਾਂਡੇ ਸਾਫ਼ ਕਰ ਦੇਵਾਂਗਾ। ਇੰਨਾ ਕਹਿ ਨੂੰ ਉੱਥੇ ਤੋਂ ਚਲੀ ਗਈ। ਵਿਚਾਰੇ ਵਰਮਾ ਜੀ ਨੇ ਸਾਰੀ ਰਸੋਈ ਅਤੇ ਭਾਂਡੇ ਸਾਫ਼ ਕੀਤੇ। ਕੁਝ ਖਾਣਾ ਦੁਪਹਿਰ ਦਾ ਹੀ ਬਚ ਗਿਆ ਸੀ ਤਾਂ ਸ਼ਾਮ ਨੂੰ ਉਹੀ ਖਾ ਕੇ ਸੋ ਗਏ। ਪੁੱਤ ਮਾਂ-ਬਾਪ ਦਾ ਹਾਲ ਚਾਲ ਪੁੱਛਣੇ ਦੇ ਲਈ ਰੋਜ਼ ਸਵੇਰੇ ਸ਼ਾਮ ਫੋਨ ਕਰਦਾ, ਪਰ ਵਰਮਾ ਜੀ ਅਤੇ ਵਿਮਲਾ ਜੀ ਆਪਣੇ ਪੁੱਤ ਨੂੰ ਨੂੰਹ ਦੀ ਕੁਝ ਵੀ ਸ਼ਿਕਾਇਤ ਨਹੀਂ ਕਰਦੇ। ਅਗਲੀ ਸਵੇਰ ਨੂੰ 200 ਰੁਪਏ ਸਬਜ਼ੀ ਲਿਆਉਣੇ ਦੇ ਲਈ ਦਿੰਦੇ ਹੋਏ ਬੋਲੀ, ਸਾਰੀ ਸਬਜ਼ੀਆਂ ਦਾ ਹਿਸਾਬ ਪਰਚੇ ਪਰ ਲਿਖਵਾ ਕੇ ਲਿਆਉਣਾ। ਵਰਮਾ ਜੀ ਚੁੱਪਚਾਪ ਥੈਲਾ ਲੈ ਕੇ ਚਲੇ ਗਏ। ਸਬਜ਼ੀ ਵਾਲੇ ਨੇ ਵਰਮਾ ਜੀ ਦਾ ਥੈਲਾ ਫੜ ਲਿਆ। ਅੱਛਾ ਭਾਈ, ਇੱਕ ਕੰਮ ਕਰੋ, ਇੱਕ ਕਾਗਜ਼ ਪਰ ਹਿਸਾਬ ਲਿਖ ਦੇਣਾ। ਅੱਛਾ ਬਾਬੂ ਜੀ, ਸਬਜ਼ੀ ਵਾਲੇ ਨੇ ਕਹਿੰਦੇ ਹੋਏ ਸਬਜ਼ੀ ਵਾਲੇ ਨੇ ਕੋਲ ਰੱਖੇ ਕਾਗਜ਼ ਦੇ ਇੱਕ ਟੁਕੜੇ ਪਰ ਸਾਰੀ ਸਬਜ਼ੀਆਂ ਦੇ ਦਾਮ ਲਿਖ ਕੇ ਬਾਬੂ ਜੀ ਨੂੰ ਫੜਾ ਦਿੱਤੀ। ਵਰਮਾ ਜੀ ਸੋਚਣ ਲੱਗੇ, ਚਲੋ ਚੰਗਾ ਹੈ, ਸਾਰੀ ਸਬਜ਼ੀ ਦਾ ਦਾਮ ਅਤੇ ਵਜ਼ਨ ਪੇਪਰ ਪਰ ਲਿਖਿਆ ਹੈ ਤਾਂ ਨੂੰਹ ਨੂੰ ਵੀ ਕੋਈ ਸ਼ੱਕ ਵੀ ਨਹੀਂ ਹੋਵੇਗਾ। ਵਿਚਾਰੇ ਬਾਬੂ ਜੀ ਦੀ ਇਸ ਕੜਾਕੇ ਦੀ ਸਰਦੀ ਵਿੱਚ ਸਬਜ਼ੀ ਲਿਆਉਂਦੇ ਹੋਏ ਹਾਲਤ ਖਰਾਬ ਹੋ ਗਈ। ਰਸਤੇ ਵਿੱਚ ਉਹਨਾਂ ਨੂੰ ਇੱਕ ਚਾਹ ਦੀ ਦੁਕਾਨ ਦਿਖਾਈ ਦਿੱਤੀ ਤਾਂ ਉੱਥੇ ਰੁਕ ਕੇ ਉਹਨਾਂ ਨੇ 10 ਰੁਪਏ ਦੀ ਚਾਹ ਪੀ ਲਈ। ਥੋੜ੍ਹੀ ਦੇਰ ਕੋਲ ਜਲ ਰਹੀ ਅੱਗ ਪਰ ਆਪਣੇ ਹੱਥ ਪੈਰ ਸੇਕੇ ਅਤੇ ਵਿਚਾਰੇ ਫਿਰ ਚੱਲ ਪਏ। ਸਬਜ਼ੀ ਦਾ ਥੈਲਾ ਲੈ ਕੇ ਠੰਡ ਇੰਨੀ ਕਿ ਐਸਾ ਲੱਗ ਰਿਹਾ ਸੀ ਜਿਵੇਂ ਹੱਥ ਪੈਰ ਹੀ ਕੱਟੇ ਜਾ ਰਹੇ ਹੋਣ। ਜਿਵੇਂ ਤਿਵੇਂ ਵਿਚਾਰੇ ਬਾਬੂ ਜੀ ਘਰ ਪਹੁੰਚੇ। ਰਸੋਈ ਵਿੱਚ ਸਬਜ਼ੀ ਧੋ ਕੇ ਰੱਖ ਦਿੱਤੀ। ਨੂੰਹ ਸਬਜ਼ੀ ਆ ਗਈ ਹੈ, ਪਰ ਨੂੰਹ ਹੁਣੇ ਸੌ ਕੇ ਹੀ ਨਹੀਂ ਉੱਠੀ, ਸ਼ਾਇਦ ਦੁਬਾਰਾ ਸੌ ਗਈ ਸੀ। ਉਹਨਾਂ ਨੇ ਖੁਦ ਹੀ 2 ਕੱਪ ਚਾਹ ਬਣਾਈ ਅਤੇ ਆਪਣੇ ਕਮਰੇ ਵਿੱਚ ਚਲੇ ਗਏ। ਥੋੜ੍ਹੀ ਦੇਰ ਬਾਅਦ ਨੂੰਹ ਦੇ ਚੀਕਣੇ ਦੀ ਆਵਾਜ਼ ਆਈ। ਮੈਨੂੰ ਪਤਾ ਸੀ ਚੋਰੀ ਤਾਂ ਇਹਨਾਂ ਜੈਸੇ ਲੋਕਾਂ ਦੇ ਖੂਨ ਵਿੱਚ ਹੀ ਵਸੀ ਹੁੰਦੀ ਹੈ। ਬਾਬੂ ਜੀ, ਸਬਜ਼ੀ ਵਿੱਚ ਤੋਂ 10 ਰੁਪਏ ਬਚੇ ਸੀ, ਉਹ ਕਿੱਥੇ ਚਲੇ ਗਏ? ਤੁਹਾਨੂੰ ਇੰਨਾ ਵੀ ਨਹੀਂ ਪਤਾ ਕਿ ਕਿਸੇ ਦੀ ਚੀਜ਼ ਉਸ ਤੋਂ ਬਿਨਾਂ ਇਜਾਜ਼ਤ ਨਹੀਂ ਲੈਣੀ ਚਾਹੀਦੀ? ਕਿੱਥੇ ਹਨ ਬਾਕੀ ਦੇ ਪੈਸੇ? ਬਾਬੂ ਜੀ ਝਿਜਕਦੇ ਹੋਏ ਬੋਲੇ, ਬਹੁਤ ਠੰਡ ਲੱਗ ਰਹੀ ਸੀ, ਰਸਤੇ ਵਿੱਚ ਤਾਂ ਮੈਂ 10 ਰੁਪਏ ਦੀ ਚਾਹ ਪੀ ਲਈ। ਇੱਥੇ ਤੱਕ ਆਉਣੇ ਵਿੱਚ ਤੁਹਾਡੇ ਹੱਥ ਪੈਰ ਟੁੱਟ ਨਹੀਂ ਜਾਂਦੇ? ਘਰ ਆ ਕੇ ਨਹੀਂ ਪੀ ਸਕਦੇ ਸੀ? ਇੱਕ ਤਾਂ ਸਾਡੇ ਸਿਰ ਪਰ ਆ ਕੇ ਬੈਠ ਗਏ ਹੋ ਅਤੇ ਸਾਡੇ ਹੀ ਨੱਕ ਵਿੱਚ ਦਮ ਕਰ ਰੱਖਿਆ ਹੈ। ਇਸ ਤਰ੍ਹਾਂ ਦੀ ਗੱਲਾਂ ਸੁਣ ਕੇ ਦੋਨਾਂ ਦੀ ਅੱਖਾਂ ਨਮ ਹੋ ਗਈ, ਪਰ ਪੁੱਤ ਦੇ ਖਾਤਰ ਉਹ ਸਭ ਕੁਝ ਚੁੱਪਚਾਪ ਸਹਿ ਗਏ।
ਹੁਣ ਤਾਂ ਬਾਬੂ ਜੀ ਰੋਜ਼ ਹੀ ਆਪਣਾ ਅਤੇ ਆਪਣੀ ਪਤਨੀ ਦਾ ਚਾਹ ਨਾਸ਼ਤਾ ਖਾਣਾ ਸਭ ਖੁਦ ਬਣਾਉਂਦੇ ਅਤੇ ਭਾਂਡੇ ਰਸੋਈ ਵੀ ਖੁਦ ਹੀ ਸਾਫ਼ ਕਰਦੇ। ਅਗਲੇ ਦਿਨ ਨੂੰਹ ਦੀ ਸਹੇਲੀ ਉਸ ਨਾਲ ਮਿਲਣ ਘਰ ਆਈ। ਜਦ ਬਾਬੂ ਜੀ ਵਿਮਲਾ ਜੀ ਦੇ ਲਈ ਦਲੀਆ ਬਣਾ ਰਹੇ ਸੀ। ਅਰੇ ਰੀਨਾ, ਤੂੰ ਕਿਉਂ ਆਈ? ਮੈਨੂੰ ਬੁਲਾ ਲਿਆ ਹੁੰਦਾ, ਮੈਂ ਖੁਦ ਆ ਜਾਂਦੀ ਤੇਰੇ ਨਾਲ ਮਿਲਣ। ਰੇਖਾ ਨੇ ਹੜਬੜਾਉਂਦੇ ਹੋਏ ਆਪਣੀ ਸਹੇਲੀ ਨੂੰ ਕਿਹਾ। ਕਿਉਂ, ਮੈਂ ਤੇਰੇ ਘਰ ਨਹੀਂ ਆ ਸਕਦੀ ਕਿਆ? ਨਹੀਂ, ਐਸੀ ਗੱਲ ਨਹੀਂ ਹੈ। ਅੱਛਾ ਚੱਲ, ਤੂੰ ਮੇਰੇ ਕਮਰੇ ਵਿੱਚ ਚੱਲ, ਉੱਥੇ ਚੱਲ ਕੇ ਗੱਲਾਂ ਕਰਦੇ ਹਾਂ। ਰੇਖਾ ਰੀਨਾ ਦਾ ਹੱਥ ਫੜ ਕੇ ਤੇਜ਼ੀ ਨਾਲ ਆਪਣੇ ਕਮਰੇ ਵਿੱਚ ਲੈ ਗਈ ਤਾਂ ਕਿ ਬਾਬੂ ਜੀ ਪਰ ਉਸਦੀ ਨਜ਼ਰ ਨਾ ਪਏ। ਦੋਵੇਂ ਆਪਸ ਵਿੱਚ ਗੱਲਾਂ ਹੀ ਕਰ ਰਹੀ ਸੀ ਕਿ ਬਾਬੂ ਜੀ ਉੱਥੇ ਪਹੁੰਚ ਗਏ। ਨੂੰ ਮੈਨੂੰ ਕੀ ਨਹੀਂ ਮਿਲ ਰਿਹਾ ਹੈ? ਕਿੱਥੇ ਰੱਖਿਆ ਹੈ? ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਮੇਰੇ ਕਮਰੇ ਵਿੱਚ ਨਾ ਆਇਆ ਕਰੋ, ਸਮਝ ਨਹੀਂ ਆਉਂਦਾ ਕਿਆ? ਹੁਣ ਜਾਓ ਇੱਥੇ ਤੋਂ। ਰੇਖਾ ਬਾਬੂ ਜੀ ਨੂੰ ਚੀਕਦੇ ਹੋਏ ਬੋਲੀ। ਰੀਨਾ ਨੇ ਰੇਖਾ ਤੋਂ ਪੁੱਛਿਆ, ਕੌਣ ਹੈ ਇਹ ਇੰਨੇ ਬਜ਼ੁਰਗ? ਅਤੇ ਪਹਿਲਾਂ ਤਾਂ ਕਦੀ ਨਹੀਂ ਦੇਖਿਆ। ਅਰੇ ਕੁਝ ਨਹੀਂ, ਨਵਾਂ ਨੌਕਰ ਹੈ ਯਾਰ, ਹੁਣੇ ਨਵਾਂ ਲੱਗਾ ਹੈ ਨਾ, ਤਾਂ ਇਸ ਨੂੰ ਕੁਝ ਪਤਾ ਨਹੀਂ ਹੈ ਕਿਹੜਾ ਸਮਾਨ ਕਿੱਥੇ ਰੱਖਿਆ ਹੈ। ਨੂੰਹ ਦੀ ਗੱਲਾਂ ਸੁਣ ਕੇ ਬਾਬੂ ਜੀ ਦੀ ਅੱਖਾਂ ਨਮ ਹੋ ਗਈ। ਪਿੱਛੇ ਤੋਂ ਨੂੰਹ ਨੇ ਆਵਾਜ਼ ਦਿੱਤੀ, ਸੁਣੋ, ਮੇਰੇ ਅਤੇ ਮੇਰੀ ਸਹੇਲੀ ਦੇ ਲਈ 2 ਕੱਪ ਕੌਫੀ ਲੈ ਕੇ ਆਓ ਜਲਦੀ। ਬਾਬੂ ਜੀ ਨੇ ਆਪਣੇ ਹੰਝੂ ਪੂੰਝੇ ਅਤੇ ਕੌਫੀ ਬਣਾ ਕੇ ਨੂੰਹ ਦੇ ਕਮਰੇ ਵਿੱਚ ਲੈ ਗਏ ਅਤੇ ਚੁੱਪਚਾਪ ਉੱਥੇ ਤੋਂ ਵਾਪਿਸ ਆਏ ਅਤੇ ਆਪਣੀ ਪਤਨੀ ਦੇ ਲਈ ਬਿਨਾਂ ਘੀ ਦਾ ਦਲੀਆ ਲੈ ਕੇ ਚਲੇ ਗਏ। ਕਿਆ ਹੋਇਆ ਜੀ? ਨੂੰਹ ਕਿਸ ਪਰ ਚੀਕ ਰਹੀ ਸੀ। ਅਰੇ ਕੁਝ ਨਹੀਂ, ਤੂੰ ਦਲੀਆ ਖਾ, ਨਹੀਂ ਤਾਂ ਠੰਡਾ ਹੋ ਜਾਵੇਗਾ। ਇੰਨੇ ਵਿੱਚ ਨੂੰਹ ਚੀਕਦੇ ਹੋਏ ਆਈ। ਜੇਕਰ ਕੌਫੀ ਬਣਾਉਣੀ ਨਹੀਂ ਆਉਂਦੀ ਤਾਂ ਦੱਸ ਨਹੀਂ ਸਕਦੇ ਸੀ, ਮੇਰਾ ਸਾਰਾ ਟੇਸਟ ਖਰਾਬ ਕਰ ਦਿੱਤਾ। ਕਿਆ ਹੋਇਆ ਨੂੰਹ? ਵਿਮਲਾ ਜੀ ਨੇ ਪਿਆਰ ਨਾਲ ਆਪਣੀ ਨੂੰਹ ਤੋਂ ਪੁੱਛਿਆ। ਤੁਸੀਂ ਚੁੱਪ ਰਹੋ, ਕੰਮ ਦੀ ਨਾ ਕਾਜ ਦੀ, ਦੁਸ਼ਮਣ ਅਨਾਜ ਦੀ। ਹੁਣੇ ਮੈਂ ਬਾਹਰ ਜਾ ਰਹੀ ਹਾਂ ਆਪਣੀ ਸਹੇਲੀ ਦੇ ਨਾਲ, ਤੁਸੀਂ ਲੋਕਾਂ ਨੂੰ ਤਾਂ ਆ ਕੇ ਦੱਸਦੀ ਹਾਂ। ਅਤੇ ਹਾਂ, ਮੇਰੇ ਆਉਣੇ ਤੋਂ ਪਹਿਲਾਂ ਘਰ ਪੂਰਾ ਸਾਫ਼ ਹੋ ਜਾਣਾ ਚਾਹੀਦਾ। ਇੰਨਾ ਕਹਿ ਨੂੰਹ ਆਪਣੀ ਸਹੇਲੀ ਦੇ ਨਾਲ ਬਾਹਰ ਨਿਕਲ ਗਈ। ਨੂੰਹ ਦੀ ਗੱਲਾਂ ਸੁਣ ਕੇ ਵਿਮਲਾ ਜੀ ਰੋਣ ਲੱਗੀ। ਅਰੇ ਵਿਮਲਾ, ਤੂੰ ਗੱਲ ਪਰ ਰੋਇਆ ਨਾ ਕਰ। ਦੇਖੋ, ਜੇਕਰ ਮੈਂ ਘਰ ਦਾ ਥੋੜ੍ਹਾ ਬਹੁਤ ਕੰਮ ਕਰ ਵੀ ਲੈਂਦਾ ਹਾਂ ਤਾਂ ਇਸ ਵਿੱਚ ਕਿਆ ਬੁਰਾ ਹੈ? ਤੂੰ ਹੀ ਤਾਂ ਕਹਿੰਦੀ ਹੈ ਕਿ ਆਦਮੀ ਦੇ ਹੱਥ ਪੈਰ ਚੱਲਦੇ ਰਹਿਣੇ ਚਾਹੀਦੇ, ਨਹੀਂ ਤਾਂ ਉਹਦਾ ਸਰੀਰ ਜਾਮ ਹੋ ਜਾਂਦਾ ਹੈ ਅਤੇ ਉੱਪਰ ਤੋਂ 100 ਬਿਮਾਰੀਆਂ ਹੋਰ ਲੱਗ ਜਾਂਦੀਆਂ ਹਨ। ਬਾਬੂ ਜੀ ਨੇ ਵਿਮਲਾ ਜੀ ਦੇ ਹੰਝੂ ਪੂੰਝੇ ਅਤੇ ਉਹਨਾਂ ਨੂੰ ਕੰਬਲ ਉਡਾ ਕੇ ਆਰਾਮ ਕਰਨੇ ਦੇ ਲਈ ਬੋਲ ਦਿੱਤਾ ਅਤੇ ਖੁਦ ਰਸੋਈ ਵਿੱਚ ਭਾਂਡੇ ਸਾਫ਼ ਕਰਨ ਲੱਗੇ। ਥੋੜ੍ਹੀ ਦੇਰ ਵਿੱਚ, ਮੰਮੀ ਪਾਪਾ ਕਿੱਥੇ ਹੋ ਤੁਸੀਂ? ਦੇਖੋ, ਮੈਂ ਤੁਹਾਡੇ ਲਈ ਕਿਆ ਲਿਆਇਆ ਹਾਂ। ਮੰਮੀ ਪਾਪਾ ਦੇ ਕਮਰੇ ਵਿੱਚ ਮੋਹਿਤ ਦੌੜ ਕੇ ਗਿਆ। ਮਾਂ ਦੇ ਪੈਰ ਛੂੰਹਦੇ ਹੋਏ ਬੋਲਿਆ, ਅਰੇ ਮਾਂ, ਕਿਵੇਂ ਹੋ ਅਤੇ ਤੁਹਾਡੀ ਤਬੀਅਤ ਕੈਸੀ ਹੈ? ਪੁੱਤ ਨੂੰ ਸਾਹਮਣੇ ਦੇਖ ਵਿਮਲਾ ਜੀ ਦੀ ਅੱਖਾਂ ਭਰ ਆਈ। ਮਾਂ ਦੇਖੋ ਤਾਂ, ਮੈਂ ਦਿੱਲੀ ਤੋਂ ਤੁਸੀਂ ਲੋਕਾਂ ਦੇ ਲਈ ਕਿਆ ਲੈ ਕੇ ਆਇਆ ਹਾਂ। ਤੁਹਾਡੇ ਲਈ ਨਵਾਂ ਸ਼ਾਲ, ਨਵੀਂ ਜਰਸੀ। ਅਤੇ ਬਾਬੂ ਜੀ ਕਿੱਥੇ ਹਨ? ਮੈਂ ਕਦ ਤੋਂ ਪੁੱਛ ਰਿਹਾ ਹਾਂ, ਉਹ ਕਿਤੇ ਦਿਖ ਨਹੀਂ ਰਹੇ। ਵਿਮਲਾ ਜੀ ਨੇ ਰੋਂਦੇ ਰੋਂਦੇ ਆਪਣੇ ਪੁੱਤ ਨੂੰ ਸਭ ਦੱਸ ਦਿੱਤਾ। ਇਹ ਸੁਣ ਮੋਹਿਤ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਰਸੋਈ ਵਿੱਚ ਜਾ ਕੇ ਦੇਖਿਆ ਤਾਂ ਬਾਬੂ ਜੀ ਰਸੋਈ ਵਿੱਚ ਭਾਂਡੇ ਸਾਫ਼ ਕਰ ਰਹੇ ਸੀ। ਇਹ ਦੇਖ ਮੋਹਿਤ ਦੀ ਅੱਖਾਂ ਵਿੱਚ ਹੰਝੂ ਆ ਗਏ। ਅਰੇ ਪੁੱਤ, ਤੂੰ ਕਦ ਆਇਆ? ਹਾਂ ਬਾਬੂ ਜੀ, ਕੰਮ ਜਲਦੀ ਹੋ ਗਿਆ ਸੀ ਤਾਂ ਬਸ ਚਲਾ ਆਇਆ। ਇੰਨੇ ਵਿੱਚ ਰੇਖਾ ਵੀ ਘਰ ਪਹੁੰਚ ਗਈ ਸੀ ਅਤੇ ਮੋਹਿਤ ਨੂੰ ਦੇਖ ਕੇ ਉਸਦੇ ਹੋਸ਼ ਉੱਡ ਗਏ। ਅਰੇ ਮੋਹਿਤ, ਤੁਸੀਂ ਤਾਂ ਬੋਲਿਆ ਸੀ ਕਿ ਤੁਸੀਂ 2 ਦਿਨ ਬਾਅਦ ਆਓਗੇ, ਫਿਰ ਇੱਥੇ ਕਿਵੇਂ? ਰੇਖਾ ਜਿਵੇਂ ਹੀ ਮੋਹਿਤ ਦੇ ਕੋਲ ਆਉਣ ਲੱਗੀ, ਮੋਹਿਤ ਨੇ ਇੱਕ ਜ਼ੋਰਦਾਰ ਥੱਪੜ ਰੇਖਾ ਦੇ ਗਲ ਪਰ ਜੜ ਦਿੱਤਾ। ਤੇਰੀ ਹਿੰਮਤ ਕਿਵੇਂ ਹੋਈ ਮੇਰੇ ਦੇਵਤਾ ਸਮਾਨ ਮਾਂ ਬਾਪ ਦੇ ਨਾਲ ਐਸਾ ਕਰਨੇ ਦੀ? ਇਹ ਘਰ ਉਹਨਾਂ ਦੇ ਪੁੱਤ ਦਾ ਹੈ, ਤੂੰ ਇਸ ਨੂੰ ਕੋਈ ਦਹੇਜ ਵਿੱਚ ਨਹੀਂ ਲੈ ਕੇ ਆਈ ਸੀ। ਮੋਹਿਤ ਨੇ ਰੇਖਾ ਦੇ ਉੱਪਰ ਚੀਕਦੇ ਹੋਏ ਕਿਹਾ। ਮੈਨੂੰ ਲੱਗਾ ਸੀ ਕਿ ਕੁਝ ਦਿਨਾਂ ਵਿੱਚ ਤੂੰ ਮੇਰੇ ਮੰਮੀ ਪਾਪਾ ਨੂੰ ਆਪਣੇ ਮਾਤਾ ਪਿਤਾ ਦੀ ਤਰ੍ਹਾਂ ਪਿਆਰ ਅਤੇ ਸਨਮਾਨ ਦੇਂਗੀ, ਕਿਉਂਕਿ ਹਰ ਰਿਸ਼ਤੇ ਨੂੰ ਸਮਝਣੇ ਵਿੱਚ ਵਕਤ ਲੱਗਦਾ ਹੈ।
ਪਰ ਤੂੰ ਤਾਂ ਮੇਰੇ ਬਾਅਦ ਮੇਰੇ ਮਾਂ-ਬਾਪ ਦੀ ਹਾਲਤ ਨੌਕਰਾਂ ਤੋਂ ਵੀ ਜ਼ਿਆਦਾ ਵੱਧ ਤੋਂ ਬੱਤਰ ਕਰ ਦਿੱਤੀ। ਉਹਨਾਂ ਤੋਂ ਤੂੰ ਇੱਕ-ਇੱਕ ਪਾਈ-ਪਾਈ ਦਾ ਹਿਸਾਬ ਲਿਆ, ਉਹਨਾਂ ਦੀ ਬੇਇੱਜ਼ਤੀ ਕੀਤੀ। ਉਹ ਆਪਣੇ ਪੁੱਤ ਦੀ ਕਮਾਈ ਖਾਂਦੇ ਹਨ, ਤੇਰੇ ਬਾਪ ਦੀ ਨਹੀਂ ਸਮਝੀ ਤੂੰ। ਆਪਣਾ ਸਮਾਨ ਬੰਨ੍ਹੋ ਅਤੇ ਨਿਕਲੋ ਇੱਥੇ ਤੋਂ। ਮੋਹਿਤ ਨੇ ਰੇਖਾ ਦੇ ਉੱਪਰ ਗੁੱਸਾ ਕਰ ਕਿਹਾ, ਇਸ ਘਰ ਵਿੱਚ ਤੇਰੇ ਲਈ ਕੋਈ ਜਗ੍ਹਾ ਨਹੀਂ। ਰੇਖਾ ਰੋਂਦੇ ਹੋਏ ਮੋਹਿਤ ਦੇ ਪੈਰਾਂ ਵਿੱਚ ਗਿਰ ਕੇ ਮਾਫ਼ੀ ਮੰਗਣ ਲੱਗੀ। ਮੋਹਿਤ, ਤੁਸੀਂ ਐਸਾ ਕਿਵੇਂ ਕਰ ਸਕਦੇ ਹੋ ਮੇਰੇ ਨਾਲ? ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਨਾ? ਹਾਂ, ਪਿਆਰ ਕਰਦਾ ਹਾਂ, ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਆਪਣੇ ਜਨਮਦਾਤਾ ਮਾਤਾ-ਪਿਤਾ ਦਾ ਅਪਮਾਨ ਸਹਿਣ ਕਰ ਤੇਰੇ ਲਈ ਉਹਨਾਂ ਨੂੰ ਇਕੱਲਾ ਛੱਡ ਦਾਂ। ਮੈਂ ਸੋਚਿਆ ਸੀ ਕਦੀ ਨਾ ਕਦੀ ਤੂੰ ਮੇਰੇ ਮੰਮੀ-ਪਾਪਾ ਨੂੰ ਸਮਝੋਗੀ, ਪਰ ਨਹੀਂ, ਮੈਂ ਗਲਤ ਸੀ। ਤੇਰੀ ਜੈਸੀ ਔਰਤਾਂ ਹੀ ਹੱਸਦੇ-ਖੇਡਦੇ ਪਰਿਵਾਰ ਨੂੰ ਵੀ ਖੇਲ ਕਰ ਰੱਖ ਦਿੰਦੀ ਹਨ। ਦੇਖੋ, ਮੇਰੇ ਮੰਮੀ-ਪਾਪਾ ਨੂੰ ਹੁਣੇ ਵੀ ਉਹ ਤੇਰੇ ਖਿਲਾਫ਼ ਇੱਕ ਸ਼ਬਦ ਵੀ ਨਹੀਂ ਬੋਲ ਰਹੇ ਹਨ, ਅਤੇ ਤੂੰ ਮੇਰੇ ਮੰਮੀ-ਪਾਪਾ ਦੀ ਹਾਲਤ ਨੌਕਰਾਂ ਤੋਂ ਵੀ ਬੱਤਰ ਕਰ ਦਿੱਤੀ। ਅਰੇ, ਸ਼ਰਮ ਆ ਰਹੀ ਹੈ ਮੈਨੂੰ ਆਪਣੇ ਆਪ ਪਰ। ਇੰਨਾ ਕਹਿ ਕੇ ਮੋਹਿਤ ਆਪਣੀ ਮੰਮੀ-ਪਾਪਾ ਦੇ ਪੈਰਾਂ ਵਿੱਚ ਬੈਠ ਗਿਆ। ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਰੋਣ ਲੱਗਾ। ਮਾਂ, ਮੈਨੂੰ ਮਾਫ਼ ਕਰ ਦਵੋ। ਮੇਰੇ ਰਹਿੰਦੇ ਅੱਜ ਦੇ ਬਾਅਦ ਤੁਸੀਂ ਦੋਨਾਂ ਨੂੰ ਕੋਈ ਤਕਲੀਫ਼ ਨਹੀਂ ਹੋਊਗੀ। ਰੇਖਾ ਵੀ ਵਿਮਲਾ ਜੀ ਦੇ ਪੈਰ ਫੜ ਕੇ ਰੋਂਦੇ ਹੋਏ ਬੋਲੀ, ਮੰਮੀ ਜੀ, ਮੈਨੂੰ ਮਾਫ਼ ਕਰ ਦਵੋ। ਮੇਰੇ ਤੋਂ ਬਹੁਤ ਬੜੀ ਗਲਤੀ ਹੋ ਗਈ। ਪੈਸਿਆਂ ਦੇ ਘਮੰਡ ਵਿੱਚ ਮੈਂ ਤੁਹਾਡੇ ਨਾਲ ਬਹੁਤ ਬੁਰਾ ਵਰਤਾਵ ਕੀਤਾ। ਵਿਮਲਾ ਜੀ ਬੋਲੀ, ਬੇਟਾ, ਮਾਫ਼ ਕਰ ਦੇ ਹੁਣ ਨੂੰਹ ਨੂੰ। ਲੜਾਈ ਝਗੜੇ ਕਿਸ ਘਰ ਵਿੱਚ ਨਹੀਂ ਹੁੰਦੇ। ਪਰ ਮੋਹਿਤ ਨੇ ਉਸਦੀ ਇੱਕ ਨਾ ਸੁਣੀ ਅਤੇ ਉਸਦਾ ਹੱਥ ਫੜ ਕੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਬਾਬੂ ਜੀ ਨੇ ਮੋਹਿਤ ਨੂੰ ਰੋਕਣਾ ਚਾਹਿਆ, ਪਰ ਨਹੀਂ ਪਾਪਾ, ਤੁਸੀਂ ਅਜਿਹਾ ਨਹੀਂ ਕਰੋਗੇ। ਜੇਕਰ ਮੈਂ ਅੱਜ ਰੇਖਾ ਨੂੰ ਮਾਫ਼ ਕਰ ਦਿੱਤਾ ਤਾਂ ਜੋ ਔਰਤਾਂ ਆਪਣੇ ਸੱਸ-ਸਹੁਰੇ ਦੇ ਨਾਲ ਨੌਕਰਾਂ ਜੈਸਾ ਵਰਤਾਵ ਕਰਦੀ ਹਨ, ਉਹਨਾਂ ਨੂੰ ਸਬਕ ਕਿਵੇਂ ਮਿਲੇਗਾ? ਕਹਾਣੀ ਕਿਵੇਂ ਲੱਗੀ? ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ।